ਹੈਲੋ ਸਟੂਡੈਂਟਸ C++ ਅੱਜ ਆਪਾਂ ਨੈਕਸਟ ਲੈਕਚਰ ਦੇਖਣ ਲੱਗੇ ਹਾਂ ਦੈਟ ਇਜ਼ ਔਨ ਵਰਚੁਅਲ ਫੰਕਸ਼ਨ ਕੀ ਹੁੰਦਾ। ਸੋ ਵਰਚੁਅਲ ਫੰਕਸ਼ਨ ਦੇਖਣ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਵਰਚੁਅਲ ਫੰਕਸ਼ਨ ਦੀ ਜ਼ਰੂਰਤ ਕਿਉਂ ਪਈ ਹੈ। ਤਾਂ ਉਹਦੇ ਲਈ ਕੀ ਹੈ, ਲਾਸਟ ਲੈਕਚਰ 'ਚ ਤੁਹਾਨੂੰ ਮੈਂ ਇੱਕ ਅਸਾਈਨਮੈਂਟ ਦਿੱਤੀ ਸੀ। ਤਾਂ ਉਸ ਅਸਾਈਨਮੈਂਟ 'ਚ ਦੇਖੋ ਕੀ ਸੀ ਕਿ ਆਪਾਂ ਇੱਕ ਕਲਾਸ ਲਈ ਹੈ ABC ਅਤੇ ਇਹਦੇ ਵਿੱਚ ਆਪਾਂ ਦੋ ਫੰਕਸ਼ਨ ਲਏ ਹੈ ਡਿਸਪਲੇ ਐਂਡ ਸ਼ੋ ਤੇ ਉਹਨਾਂ ਦੇ ਵਿੱਚ ਪ੍ਰਿੰਟ ਕਰਵਾਇਆ ਹੈ ਅਕੋਰਡਿੰਗਲੀ ਬੇਸ ਡਿਸਪਲੇ ਐਂਡ ਬੇਸ ਸ਼ੋ, ਕਿਉਂਕਿ ਇਹ ਬੇਸ ਕਲਾਸ ਹੈ ABC, ਇਸ ਕਰਕੇ ਆਪਾਂ ਮੈਸੇਜ ਪ੍ਰਿੰਟ ਕਰਵਾ ਰਹੇ ਹਾਂ ਬੇਸ ਡਿਸਪਲੇ ਐਂਡ ਬੇਸ ਸ਼ੋ। ਦੈਨ ਇੱਕ XYZ ਕਲਾਸ ਲਈ ਹੈ ਅਤੇ ਉਹਦੇ ਵਿੱਚ ਆਪਾਂ ABC ਕਲਾਸ ਨੂੰ ਇਨਹੈਰਿਟ ਕੀਤਾ ਹੈ। ਤਾਂ ਹੁਣ ਜਦੋਂ ਇਨਹੈਰਿਟ ਕੀਤਾ ਤਾਂ ਇਹ ਡਿਸਪਲੇ ਅਤੇ ਸ਼ੋ ਫੰਕਸ਼ਨ ਇਹਦੇ ਵਿੱਚ ਵੀ ਆ ਗਏ, ਬਟ ਆਪਾਂ ਦੁਬਾਰਾ ਉਹਨਾਂ ਨੂੰ ਰੀਡਿਫਾਈਨ ਕਰ ਰਹੇ ਹਾਂ। ਤਾਂ ਉੱਥੇ ਡਿਸਪਲੇ ਫੰਕਸ਼ਨ ਹੁਣ ਕੀ ਪ੍ਰਿੰਟ ਕਰਵਾ ਰਿਹਾ, ਡਰਾਈਵਡ ਡਿਸਪਲੇ, ਐਂਡ ਸ਼ੋ ਫੰਕਸ਼ਨ ਪ੍ਰਿੰਟ ਕਰਵਾ ਰਿਹਾ ਡਰਾਈਵਡ ਸ਼ੋ। ਯਾਨੀ ਕਿ ਜਦੋਂ ਹੁਣ ਆਪਾਂ ਬੇਸ ਕਲਾਸ ਦੇ ਓਬਜੈਕਟ ਦੇ ਥਰੂ ਡਿਸਪਲੇ ਤੇ ਸ਼ੋ ਫੰਕਸ਼ਨ ਨੂੰ ਕਾਲ ਕਰਾਂਗੇ ਤਾਂ ਇਹ ਵਾਲੇ ਕਾਲ ਹੋਣਗੇ, ਤੇ ਜਦੋਂ ਡਰਾਈਵਡ ਕਲਾਸ ਦੇ ਓਬਜੈਕਟ ਦੇ ਥਰੂ ਕਾਲ ਕਰਾਂਗੇ ਤਾਂ ਇਹ ਵਾਲੇ ਫੰਕਸ਼ਨਸ ਕਾਲ ਹੋਣਗੇ। ਨੈਕਸਟ ਆਪਾਂ ਮੇਨ ਫੰਕਸ਼ਨ ਦੇ ਵਿੱਚ ਲਿਆ ਸੀ ਇੱਕ ਬੇਸ ਦਾ ਪੁਆਇੰਟਰ ਲਿਆ ਸੀ, ਬੇਸ ਕਲਾਸ ਦਾ ਪੁਆਇੰਟਰ ਦੈਟ ਇਜ਼ *p, ਤੇ ਇੱਕ ਓਬਜੈਕਟ ਲਿਆ ਹੈ A, ਤੇ A ਓਬਜੈਕਟ ਕਿਹਦਾ ਹੈ, ਬੇਸ ਕਲਾਸ ਦਾ। X ਓਬਜੈਕਟ ਹੈ XYZ ਦਾ ਦੈਟ ਇਜ਼ ਡਰਾਈਵਡ ਕਲਾਸ ਦਾ। ਦੈਨ ਆਪਾਂ ਇੱਕ ਰੂਲ ਕੀਤਾ ਸੀ ਲਾਸਟ ਲੈਕਚਰ 'ਚ ਕਿ ਕਿਸੇ ਬੇਸ ਕਲਾਸ ਦੇ ਪੁਆਇੰਟਰ ਦੇ ਵਿੱਚ ਆਪਾਂ ਕੋਈ ਵੀ ਓਬਜੈਕਟ ਦਾ ਐਡਰੈਸ ਸਟੋਰ ਕਰਵਾ ਸਕਦੇ ਹਾਂ, ਯਾਨੀ ਕਿ ਬੇਸ ਕਲਾਸ ਦੇ ਓਬਜੈਕਟ ਦਾ ਐਡਰੈਸ ਵੀ ਸਟੋਰ ਕਰਵਾ ਸਕਦੇ ਹਾਂ ਐਂਡ ਡਰਾਈਵਡ ਕਲਾਸ ਦੇ ਓਬਜੈਕਟ ਦਾ ਐਡਰੈਸ ਵੀ ਸਟੋਰ ਕਰਵਾ ਸਕਦੇ ਹਾਂ। ਸੋ P = A, ਤਾਂ ਇੱਥੇ ਹੁਣ P ਕਿਹਨੂੰ ਪੁਆਇੰਟ ਕਰ ਰਿਹਾ ਹੈ, A ਨੂੰ। ਦੈਨ ਆਪਾਂ P ਦਾ ਡਿਸਪਲੇ ਫੰਕਸ਼ਨ ਕਾਲ ਕੀਤਾ ਐਂਡ P ਦਾ ਸ਼ੋ ਫੰਕਸ਼ਨ ਕਾਲ ਕੀਤਾ। ਦੈਨ ਉਸ ਤੋਂ ਬਾਅਦ P ਦੇ ਵਿੱਚ ਐਡਰੈਸ ਸਟੋਰ ਕਰਵਾ ਲਿਆ X ਦਾ ਦੈਟ ਇਜ਼ ਡਰਾਈਵਡ ਕਲਾਸ ਦੇ ਓਬਜੈਕਟ ਦਾ, ਤੇ ਉਹਦੇ ਥਰੂ ਆਪਾਂ ਡਿਸਪਲੇ ਤੇ ਸ਼ੋ ਫੰਕਸ਼ਨ ਨੂੰ ਕਾਲ ਕਰ ਰਹੇ ਹਾਂ। ਤਾਂ ਹੁਣ ਜਦੋਂ ਇਹ ਫੰਕਸ਼ਨਸ ਕਾਲ ਹੋਣਗੇ ਤਾਂ ਤੁਸੀਂ ਦੇਖਿਆ ਹੋਏਗਾ ਕਿ ਆਊਟਪੁੱਟ ਦੇ ਵਿੱਚ ਚਾਰੋਂ ਟਾਈਮ ਤੇ ਕਿਹੜੇ ਫੰਕਸ਼ਨਸ ਕਾਲ ਹੋ ਰਹੇ ਨੇ, ਬੇਸ ਕਲਾਸ ਦੇ, ਯਾਨੀ ਕਿ ਬੇਸ ਡਿਸਪਲੇ, ਬੇਸ ਸ਼ੋ, ਐਂਡ ਦੈਨ ਜਦੋਂ P ਡਿਸਪਲੇ P ਸ਼ੋ ਇੱਥੇ ਡਰਾਈਵਡ ਕਲਾਸ ਦੇ ਓਬਜੈਕਟ ਦੇ ਥਰੂ ਕਾਲ ਕੀਤਾ ਹੈ ਉਦੋਂ ਵੀ ਬੇਸ ਡਿਸਪਲੇ ਤੇ ਬੇਸ ਸ਼ੋ ਹੀ ਕਾਲ ਹੋ ਰਿਹਾ ਹੈ। ਯਾਨੀ ਕਿ ਇਹਦੀ ਆਊਟਪੁੱਟ ਕੀ ਆ ਰਹੀ ਹੈ, ਇੱਦਾਂ ਬੇਸ ਡਿਸਪਲੇ, ਦੈਨ ਬੇਸ show, again base display and base show। ਤਾਂ ਹੁਣ ਆਪਾਂ ਦੇਖਦੇ ਹਾਂ ਕਿ ਇਹਦਾ ਰੀਜ਼ਨ ਕੀ ਹੈ ਕਿ ਇਦਾਂ ਕਿਉਂ ਹੋ ਰਿਹਾ ਹੈ, ਡਰਾਈਵਡ ਕਲਾਸ ਦੇ ਫੰਕਸ਼ਨ ਕਿਉਂ ਨਹੀਂ ਕਾਲ ਹੋਏ। ਤਾਂ ਉਹਦੇ ਲਈ ਆਪਾਂ ਨੂੰ ਦੇਖਣਾ ਪਏਗਾ ਕਿ ਇੱਕ ਕਨਸੈਪਟ ਹੁੰਦਾ ਹੈ ਬਾਈਂਡਿੰਗ। ਬਾਈਂਡਿੰਗ ਕੀ ਹੈ, ਇੱਕ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਦੇ ਵਿੱਚ ਇੱਕ ਕਨਸੈਪਟ ਹੈ ਬਾਈਂਡਿੰਗ। ਬਾਈਂਡਿੰਗ ਦਾ ਮਤਲਬ ਕੀ ਹੈ, ਬਾਈਂਡਿੰਗ ਇਜ਼ ਏ ਪ੍ਰੋਸੈਸ ਆਫ ਅਟੈਚਿੰਗ ਦੀ ਫੰਕਸ਼ਨ ਕਾਲ ਵਿਦ ਦੀ ਫੰਕਸ਼ਨ ਬੋਡੀ। ਯਾਨੀ ਕਿ ਬਾਈਂਡਿੰਗ ਦੇ ਵਿੱਚ ਕੀ ਹੈ ਕਿ ਫੰਕਸ਼ਨ ਜਦੋਂ ਤੁਸੀਂ ਫੰਕਸ਼ਨ ਨੂੰ ਕਾਲ ਕਰ ਰਹੇ ਹੋ ਤਾਂ ਦੇਖੋ ਆਪਾਂ ਇੱਥੇ 4 ਟਾਈਮ ਤੇ ਫੰਕਸ਼ਨਸ ਕਾਲ ਕਰ ਰਹੇ ਹਾਂ। ਫਸਟ ਟਾਈਮ ਤੇ ਇਹ ਹੈ, ਦੈਨ ਸੈਕਿੰਡ, ਥਰਡ ਐਂਡ ਫੋਰਥ, ਯਾਨੀ ਕਿ 4 ਸਟੇਟਮੈਂਟਸ ਦੇ ਵਿੱਚ ਆਪਾਂ ਫੰਕਸ਼ਨਸ ਨੂੰ ਕਾਲ ਕਰ ਰਹੇ ਹਾਂ ਤੇ ਉਸ ਕੋਰੈਸਪੋਂਡਿੰਗਲੀ ਫੰਕਸ਼ਨ ਦੀ ਕਾਲ ਤੇ ਕਿਹੜਾ ਫੰਕਸ਼ਨ ਕਾਲ ਹੋਏਗਾ ਉਹਨੂੰ ਅਟੈਚ ਕਰਨ ਦੇ ਪ੍ਰੋਸੈਸ ਨੂੰ ਆਪਾਂ ਕੀ ਬੋਲਦੇ ਹਾਂ, ਬਾਈਂਡਿੰਗ। ਤਾਂ ਬਾਈਂਡਿੰਗ 2 ਤਰ੍ਹਾਂ ਦੀ ਹੁੰਦੀ ਹੈ, ਇੱਕ ਹੁੰਦੀ ਹੈ ਸਟੈਟਿਕ ਬਾਈਂਡਿੰਗ ਜਿਹੜੀ ਕਿ ਕੰਪਾਈਲ ਟਾਈਮ ਤੇ ਹੁੰਦੀ ਹੈ, ਇੱਕ ਹੁੰਦੀ ਹੈ ਡਾਇਨਾਮਿਕ ਬਾਈਂਡਿੰਗ ਜਿਹੜੀ ਕਿ ਰਨ ਟਾਈਮ ਤੇ ਹੁੰਦੀ ਹੈ। ਤਾਂ ਹੁਣ ਦੋਨੋਂ ਕਦੋਂ ਕਿਹੜੀ ਬਾਈਂਡਿੰਗ ਹੁੰਦੀ ਹੈ ਇਹ ਆਪਾਂ ਦੇਖਦੇ ਹਾਂ। ਬਾਈ ਡਿਫੋਲਟ ਜਿਹੜੇ ਫੰਕਸ਼ਨਸ ਨੇ ਉਹਨਾਂ ਦੀ ਬਾਈਂਡਿੰਗ ਕਿਹੜੀ ਹੁੰਦੀ ਹੈ, ਸਟੈਟਿਕ। ਸਟੈਟਿਕ ਦਾ ਮਤਲਬ ਕੀ ਹੈ, ਕੰਪਾਈਲ ਟਾਈਮ ਤੇ। ਤਾਂ ਬਾਈ ਡਿਫੋਲਟ ਜਿੰਨੇ ਵੀ ਫੰਕਸ਼ਨਸ ਆਪਣੇ ਪ੍ਰੋਗਰਾਮ 'ਚ ਹੁੰਦੇ ਨੇ ਉਹਨਾਂ ਦੀ ਬਾਈਂਡਿੰਗ ਕਿਹੜੀ ਹੁੰਦੀ ਹੈ, ਸਟੈਟਿਕ ਬਾਈਂਡਿੰਗ ਹੁੰਦੀ ਹੈ, ਦੈਟ ਇਜ਼ ਔਨ ਕੰਪਾਈਲ ਟਾਈਮ। ਤਾਂ ਹੁਣ ਕੰਪਾਈਲ ਟਾਈਮ ਤੇ ਦੇਖੋ ਆਪਾਂ ਕੀ ਕਾਲ ਕਰ ਰਹੇ ਹਾਂ, P ਡਿਸਪਲੇ, P ਸ਼ੋ, P ਡਿਸਪਲੇ ਐਂਡ P ਸ਼ੋ। ਜਿਹੜੀ ਇਹ ਸਟੇਟਮੈਂਟ ਹੈ P =A ਐਂਡ P =X, ਇਹ ਕਦੋਂ ਰਨ ਹੋਏਗੀ, ਰਨ ਟਾਈਮ ਤੇ। ਯਾਨੀ ਕਿ ਰਨ ਟਾਈਮ ਤੇ ਜਾ ਕੇ ਆਪਾਂ ਨੂੰ ਪਤਾ ਲੱਗੇਗਾ ਕਿ P ਦੇ ਵਿੱਚ A ਦਾ ਐਡਰੈਸ ਹੈ ਜਾਂ P ਦੇ ਵਿੱਚ X ਦਾ ਐਡਰੈਸ ਹੈ। ਬਟ ਕੰਪਾਈਲ ਟਾਈਮ ਤੇ ਆਪਾਂ ਨੂੰ ਕੀ ਪਤਾ ਹੈ, ਸਿਰਫ P ਦੀ ਡਾਟਾ ਟਾਈਪ ਕੀ ਹੈ। ਤਾਂ ਕੰਪਾਈਲ ਟਾਈਮ ਤੇ ਆਪਾਂ ਨੂੰ ਸਿਰਫ ਕੀ ਪਤਾ ਹੈ ਕਿ P ਦੀ ਡਾਟਾ ਟਾਈਪ ਕੀ ਹੈ, ABC। ਸੋ ਹੁਣ ਜਦੋਂ ਕੰਪਾਈਲ ਟਾਈਮ ਤੇ ਆਪਾਂ ਨੂੰ ਸਿਰਫ ਇੰਨੀ ਕੁ ਇਨਫੋਰਮੇਸ਼ਨ ਹੈ ਆਪਣੇ ਕੋਲ ਕਿ P ਦੀ ਟਾਈਪ ABC ਹੈ ਦੈਟ ਇਜ਼ ਬੇਸ ਕਲਾਸ, ਤਾਂ ਜਿਹੜੇ ਫੰਕਸ਼ਨਸ ਦੀ ਬਾਈਂਡਿੰਗ ਹੈ ਉਹ ਵੀ ਬੇਸ ਕਲਾਸ ਦੇ ਫੰਕਸ਼ਨਸ ਦੇ ਨਾਲ ਹੀ ਹੋਏਗੀ। ਇਸ ਕਰਕੇ ਇਹ ਰੀਜ਼ਨ ਹੈ ਕਿ ਆਪਣੇ ਕੋਲ ਇੱਥੇ ਚਾਰੋਂ ਟਾਈਮ ਤੇ ਕਿਹੜੇ ਫੰਕਸ਼ਨਸ ਕਾਲ ਹੋ ਰਹੇ ਨੇ, ਬੇਸ ਕਲਾਸ ਦੇ। ਯਾਨੀ ਕਿ ਜਦੋਂ P ਦੀ ਬਾਈਂਡਿੰਗ ਹੋ ਰਹੀ ਹੈ ਇਹਨਾਂ ਦੇ ਨਾਲ, ਫੰਕਸ਼ਨਸ ਦੇ ਨਾਲ, ਤਾਂ P ਡਿਸਪਲੇ ਜਿਹੜਾ ਨੰਬਰ 1 ਫੰਕਸ਼ਨ ਆਪਾਂ ਕਾਲ ਕਰ ਰਹੇ ਹਾਂ ਉਹਦੀ ਬਾਈਂਡਿੰਗ ਇਹਦੇ ਨਾਲ ਹੋ ਚੁੱਕੀ ਹੈ। ਦੈਨ P ਸ਼ੋ ਇਹਦੀ ਬਾਈਂਡਿੰਗ ਇਸ ਫੰਕਸ਼ਨ ਦੇ ਨਾਲ ਹੋ ਗਈ। ਦੈਨ
ਇੱਥੇ p ਡਿਸਪਲੇ ਜੋ ਥਰਡ ਸਟੇਟਮੈਂਟ 'ਚ ਹੈ ਤਾਂ ਇੱਥੇ ਹੁਣ ਇਹਦੀ ਬਾਈਂਡਿੰਗ ਵੀ ਇਹ ਵਾਲੇ ਫੰਕਸ਼ਨ ਦੇ ਨਾਲ ਹੋ ਰਹੀ ਹੈ ਤੇ p ਸ਼ੋ ਦੀ ਬਾਈਂਡਿੰਗ ਇਹ ਵਾਲੇ ਫੰਕਸ਼ਨ ਦੇ ਨਾਲ। ਸੋ ਇਹਦੇ ਨਾਲ ਕੀ ਹੈ ਕਿ p ਦੀ ਆਪਾਂ ਨੂੰ ਕੰਪਾਈਲ ਟਾਈਮ ਤੇ ਸਿਰਫ ਟਾਈਪ ਪਤਾ ਹੈ, ਆਪਾਂ ਨੂੰ ਨਹੀਂ ਪਤਾ ਉਸ ਟਾਈਮ ਤੇ ਕਿ p ਦੇ ਵਿੱਚ a ਦਾ ਐਡਰੈਸ ਹੈ ਜਾਂ ਫਿਰ x ਦਾ ਐਡਰੈਸ ਹੈ। ਆਪਾਂ ਨੂੰ ਸਿਰਫ p ਦੀ ਡਾਟਾ ਟਾਈਪ ਪਤਾ ਹੈ, that is abc। abc ਕਿਹੜੀ ਹੈ ਕਲਾਸ? ਬੇਸ ਕਲਾਸ। ਤਾਂ ਇਸ ਕਰਕੇ ਬੇਸ ਕਲਾਸ ਦੇ ਫੰਕਸ਼ਨਸ ਦੇ ਨਾਲ ਇਹਦੀ ਬਾਈਂਡਿੰਗ ਹੋ ਰਹੀ ਹੈ ਜਿਹਨੂੰ ਆਪਾਂ ਬੋਲਦੇ ਹਾਂ ਸਟੈਟਿਕ ਬਾਈਂਡਿੰਗ। ਤਾਂ ਹੁਣ ਨੈਕਸਟ ਟੌਪਿਕ ਹੈ ਕਿ ਡਾਇਨਾਮਿਕ ਬਾਈਂਡਿੰਗ ਕਦੋਂ ਹੋਏਗੀ? ਜਦੋਂ ਆਪਾਂ ਫੰਕਸ਼ਨ ਨੂੰ ਵਰਚੁਅਲ ਬਣਾ ਦਾਂਗੇ ਤਾਂ ਉਹਨਾਂ ਫੰਕਸ਼ਨਸ ਦੀ ਬਾਈਂਡਿੰਗ ਕਦੋਂ ਹੋਏਗੀ? ਡਾਇਨਾਮਿਕ, that is on ਰਨ ਟਾਈਮ। ਤਾਂ ਉਹਦੇ ਲਈ ਦੇਖਦੇ ਹਾਂ ਕਿ ਵਰਚੁਅਲ ਫੰਕਸ਼ਨ ਕਿਵੇਂ ਯੂਜ਼ ਹੋਏਗਾ ਤੇ ਉਹਦੇ ਨਾਲ ਕੀ ਫਰਕ ਪੈ ਰਿਹਾ ਇਸ ਪ੍ਰੋਗਰਾਮ 'ਚ। ਇੱਥੇ ਦੇਖੋ ਆਪਣੇ ਕੋਲ ਇੱਕ ਕਲਾਸ ਹੈ abc, ਦੈਨ ਉਸ ਕਲਾਸ 'ਚ ਆਪਾਂ ਇੱਕ ਫੰਕਸ਼ਨ ਲਿਆ void display ਤੇ ਉਹਦੇ ਨਾਲ ਅੱਗੇ ਆਪਾਂ ਕੀਵਰਡ ਅਟੈਚ ਕੀਤਾ ਹੈ virtual। ਤਾਂ ਇਹਦੇ ਨਾਲ ਵਰਚੁਅਲ ਲਿਖਣ ਦੇ ਨਾਲ ਕੀ ਹੈ ਕਿ ਹੁਣ ਜਿਹੜਾ ਡਿਸਪਲੇ ਫੰਕਸ਼ਨ ਹੈ ਉਹ ਕੀ ਹੋ ਗਿਆ? ਵਰਚੁਅਲ ਫੰਕਸ਼ਨ ਹੋ ਗਿਆ। ਤਾਂ ਵਰਚੁਅਲ ਫੰਕਸ਼ਨ ਲਿਖਣ ਦੇ ਨਾਲ ਕੀ ਹੁੰਦਾ ਹੈ ਕਿ ਡਿਸਪਲੇ ਫੰਕਸ਼ਨ ਦੀ ਜਿਹੜੀ ਬਾਈਂਡਿੰਗ ਹੈ ਉਹ ਸਟੈਟਿਕ ਯਾਨੀ ਕਿ ਕੰਪਾਈਲ ਟਾਈਮ ਤੇ ਨਹੀਂ ਹੋਏਗੀ, ਕੰਪਾਈਲਰ ਉਸ ਟਾਈਮ ਤੇ ਇਹਦੀ ਬਾਈਂਡਿੰਗ ਨਹੀਂ ਕਰੇਗਾ। ਤਾਂ ਇਹਨੂੰ ਇੱਕ ਵਾਰੀ ਸਕਿਪ ਕਰ ਦੇਗਾ। ਇਹਦੀ ਬਾਈਂਡਿੰਗ ਫਿਰ ਕਦੋਂ ਹੋਏਗੀ? ਰਨ ਟਾਈਮ ਤੇ, ਯਾਨੀ ਕਿ ਡਿਸਪਲੇ ਫੰਕਸ਼ਨ ਦੀ ਬਾਈਂਡਿੰਗ ਕੰਪਾਈਲ ਟਾਈਮ ਤੇ ਨਹੀਂ ਹੋਏਗੀ, ਇਹਦੀ ਬਾਈਂਡਿੰਗ ਹੋਏਗੀ ਰਨ ਟਾਈਮ ਤੇ। ਦੈਨ ਇੱਕ ਸ਼ੋ ਫੰਕਸ਼ਨ ਲਿਆ, ਇਹ ਨਾਰਮਲ ਫੰਕਸ਼ਨ ਹੈ, ਇਹਦੀ ਬਾਈਂਡਿੰਗ ਸਟੈਟਿਕ ਹੋਏਗੀ ਕਿਉਂਕਿ ਬਾਈ ਡਿਫਾਲਟ ਸਾਰੇ ਫੰਕਸ਼ਨ ਦੀ ਬਾਈਂਡਿੰਗ ਹੈ ਜੋ ਸਟੈਟਿਕ ਹੁੰਦੀ ਹੈ। ਸੋ XYZ ਇੱਕ ਡਰਾਈਵਡ ਕਲਾਸ ਲਈ ਹੈ ਜਿਹਦੇ ਵਿੱਚ ਆਪਾਂ ABC ਨੂੰ ਇਨਹੈਰਿਟ ਕੀਤਾ ਹੈ। ਹੁਣ ਇੱਥੇ ਦੁਬਾਰਾ ਜਿਹੜਾ ਡਿਸਪਲੇ ਫੰਕਸ਼ਨ ਹੈ ਉਹਨੂੰ ਰੀਡਿਫਾਈਨ ਕੀਤਾ ਆਪਾਂ ਨੇ। ਹੁਣ ਇੱਥੇ ਇਹਦੇ ਨਾਲ ਵਰਚੁਅਲ ਲਿਖਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇੱਕ ਵਾਰੀ ਵਰਚੁਅਲ ਆਪਾਂ ਨੇ ਡਿਫਾਈਨ ਕਰਤਾ ਤਾਂ ਹੁਣ ਇਹ ਜਿਹੜਾ ਡਿਸਪਲੇ ਫੰਕਸ਼ਨ ਹੈ ਉਹ ਅੱਗੇ ਇਹਦੀ ਸਬਸੀਕੁਐਂਟ ਕਲਾਸਿਸ 'ਚ ਹਮੇਸ਼ਾ ਵਰਚੁਅਲ ਹੀ ਰਹੇਗਾ। ਸੋ ਇੱਥੇ ਡਿਸਪਲੇ ਫੰਕਸ਼ਨ ਕੀ ਪ੍ਰਿੰਟ ਕਰਵਾ ਰਿਹਾ? ਡਰਾਈਵਡ ਡਿਸਪਲੇ। ਐਂਡ ਸ਼ੋ ਫੰਕਸ਼ਨ ਇੱਕ ਨਾਰਮਲ ਫੰਕਸ਼ਨ ਹੈ, ਉਹ ਡਰਾਈਵਡ ਸ਼ੋ ਪ੍ਰਿੰਟ ਕਰਵਾ ਰਿਹਾ। ਤਾਂ ਹੁਣ ਆਪਣੇ ਕੋਲ ਜਿਹੜਾ ਡਿਸਪਲੇ ਫੰਕਸ਼ਨ ਹੈ ਉਹ ਇੱਕ ਵਰਚੁਅਲ ਫੰਕਸ਼ਨ ਹੈ, ਸ਼ੋ ਫੰਕਸ਼ਨ ਹੈ ਜਿਹੜਾ ਉਹ ਨੋਨ ਵਰਚੁਅਲ ਫੰਕਸ਼ਨ ਹੈ ਜਾਂ ਕਹਿ ਸਕਦੇ ਇੱਕ ਆਰਡੀਨਰੀ ਜਾਂ ਨਾਰਮਲ ਫੰਕਸ਼ਨ ਹੈ। ਦੈਨ ਮੇਨ ਫੰਕਸ਼ਨ 'ਚ ਸੇਮ ਆਪਾਂ ਉਦਾਂ ਹੀ ਦੋ ਆਬਜੈਕਟ ਲਏ ਹੈ a ਤੇ x। a ABC ਕਲਾਸ ਦਾ ਆਬਜੈਕਟ ਹੈ ਤੇ x XYZ ਕਲਾਸ ਦਾ ਆਬਜੈਕਟ ਹੈ। ਇੱਕ ਪੁਆਇੰਟਰ ਲਿਆ ਆਪਾਂ ਨੇ ਬੇਸ ਕਲਾਸ ਦਾ, that is p। ਤਾਂ ਹੁਣ p ਇੱਥੇ ਦੇਖੋ ਹੁਣ ਜਿਹੜੇ ਆਪਣੇ ਕੋਲ ਫੰਕਸ਼ਨਸ ਨੇ, ਆਪਾਂ ਜਿੱਥੇ ਇੱਥੇ ਫੰਕਸ਼ਨ ਕਾਲ ਕਰ ਰਹੇ ਹਾਂ 1 2 ਆਪਾਂ ਨੰਬਰਿੰਗ ਦੇ ਲੈਂਦੇ ਹਾਂ 1 2 3 ਐਂਡ 4। ਤਾਂ ਹੁਣ ਡਿਸਪਲੇ ਜਿਹੜੇ ਫੰਕਸ਼ਨ ਨੇ ਇਹਨਾਂ ਦੀ ਬਾਈਂਡਿੰਗ ਰਨ ਟਾਈਮ ਤੇ ਹੋਏਗੀ, ਕੰਪਾਈਲ ਟਾਈਮ ਤੇ ਇਹਨਾਂ ਦੀ ਬਾਈਂਡਿੰਗ ਨਹੀਂ ਹੋਏਗੀ। ਜਿਹੜੇ ਸ਼ੋ ਫੰਕਸ਼ਨ ਹੈ ਨਾਰਮਲ ਫੰਕਸ਼ਨ ਹੈ, ਇਹਨਾਂ ਦੀ ਬਾਈਂਡਿੰਗ ਕੰਪਾਈਲ ਟਾਈਮ ਤੇ ਹੋ ਜਾਏਗੀ। ਸੋ ਜਿੱਦਾਂ ਲਾਸਟ ਐਗਜ਼ਾਮਪਲ 'ਚ ਆਪਾਂ ਕੀਤਾ ਸੀ ਕਿ ਸ਼ੋ ਫੰਕਸ਼ਨ ਇੱਥੇ ਹੁਣ ਦੋਨੋਂ ਟਾਈਮ ਤੇ ਕਿਹੜਾ ਕਾਲ ਹੋਏਗਾ? ਬੇਸ ਕਲਾਸ ਵਾਲਾ। ਸੋ ਬੇਸ ਕਲਾਸ ਵਾਲੇ ਫੰਕਸ਼ਨ 'ਚ ਆਪਾਂ ਕੀ ਪ੍ਰਿੰਟ ਕਰਵਾ ਰਹੇ ਹਾਂ? ਬੇਸ ਸ਼ੋ। ਯਾਨੀ ਕਿ ਜਿਹੜਾ ਨੰਬਰ 2 ਸਟੇਟਮੈਂਟ 'ਚ ਸ਼ੋ ਹੈ ਇਹ ਵੀ ਬੇਸ ਕਲਾਸ ਦਾ ਕਾਲ ਹੋਏਗਾ ਤੇ ਜਿਹੜਾ ਨੰਬਰ 4 ਸਟੇਟਮੈਂਟ 'ਚ ਸ਼ੋ ਹੈ ਇਹ ਵੀ ਬੇਸ ਕਲਾਸ ਦਾ ਸ਼ੋ ਪ੍ਰਿੰਟ ਹੋਏਗਾ ਕਿਉਂਕਿ ਸ਼ੋ ਫੰਕਸ਼ਨ ਇੱਕ ਨਾਰਮਲ ਫੰਕਸ਼ਨ ਹੈ ਤੇ ਇਹਦੀ ਬਾਈਂਡਿੰਗ ਕੰਪਾਈਲ ਟਾਈਮ ਤੇ ਹੋ ਜਾਏਗੀ। ਕੰਪਾਈਲ ਟਾਈਮ ਤੇ ਆਪਾਂ ਨੂੰ ਪਤਾ ਹੈ p ਦੀ ਡਾਟਾ ਟਾਈਪ ABC ਹੈ ਯਾਨੀ ਕਿ ਬੇਸ ਕਲਾਸ ਹੈ। ਸੋ ਇਸ ਕਰਕੇ ਇਹ ਬੇਸ ਕਲਾਸ ਦੇ ਨਾਲ ਅਟੈਚ ਹੋ ਜਾਏਗਾ। ਜਿਹੜਾ ਡਿਸਪਲੇ ਫੰਕਸ਼ਨ ਹੈ ਇਹਦੀ ਬਾਈਂਡਿੰਗ ਬਾਅਦ 'ਚ ਹੋਏਗੀ ਰਨ ਟਾਈਮ ਤੇ। ਸੋ ਰਨ ਟਾਈਮ ਤੇ ਜਦੋਂ ਆਪਾਂ ਇਹਨੂੰ ਕਾਲ ਕਰਾਂਗੇ, ਰਨ ਟਾਈਮ ਤੇ ਆਪਾਂ ਨੂੰ ਪਤਾ ਹੋਏਗਾ ਕਿ p ਦੇ ਵਿੱਚ ਹੁਣ a ਦਾ ਐਡਰੈਸ ਹੈ ਜਾਂ ਫਿਰ x ਦਾ ਐਡਰੈਸ ਹੈ, ਉਹਦੇ ਅਕੋਰਡਿੰਗਲੀ p ਦਾ ਡਿਸਪਲੇ ਫੰਕਸ਼ਨ ਕਾਲ ਹੋਏਗਾ। ਯਾਨੀ ਕਿ p ਦੇ ਵਿੱਚ ਜਦੋਂ a ਦਾ ਐਡਰੈਸ ਹੈ ਤਾਂ p ਡਿਸਪਲੇ ਕਿਹੜਾ ਫੰਕਸ਼ਨ ਕਾਲ ਹੋਏਗਾ? ABC ਦਾ, ਯਾਨੀ ਕਿ ਬੇਸ ਡਿਸਪਲੇ। ਸੋ ਇੱਥੇ ਪ੍ਰਿੰਟ ਹੋਏਗਾ ਬੇਸ ਡਿਸਪਲੇ। ਦੈਨ p ਸ਼ੋ, ਇਹਦੀ ਬਾਈਂਡਿੰਗ ਕਿਹਦੇ ਨਾਲ ਹੋਈ ਹੈ? ਇਹ ਵਾਲੇ ਫੰਕਸ਼ਨ ਦੇ ਨਾਲ। ਸੋ ਇੱਥੇ ਪ੍ਰਿੰਟ ਹੋ ਰਿਹਾ ਬੇਸ ਸ਼ੋ। ਦੈਨ ਹੁਣ p ਦੇ ਵਿੱਚ x ਦਾ ਐਡਰੈਸ ਆ ਗਿਆ ਤਾਂ ਹੁਣ p ਡਿਸਪਲੇ ਕਿਹੜਾ ਫੰਕਸ਼ਨ ਕਾਲ ਕਰੇਗਾ? ਇਹ ਵਾਲਾ। ਸੋ ਇੱਥੇ ਪ੍ਰਿੰਟ ਹੋਏਗਾ ਡਰਾਈਵਡ ਡਿਸਪਲੇ ਕਿਉਂਕਿ ਇੱਕ ਵਰਚੁਅਲ ਫੰਕਸ਼ਨ ਹੈ। ਵਰਚੁਅਲ ਫੰਕਸ਼ਨ ਦੀ ਬਾਈਂਡਿੰਗ ਹਮੇਸ਼ਾ ਲੇਟ ਬਾਈਂਡਿੰਗ ਹੁੰਦੀ ਹੈ, that is on ਰਨ ਟਾਈਮ। ਦੈਨ p ਸ਼ੋ ਇਹਦੀ ਬਾਈਂਡਿੰਗ ਆਲਰੇਡੀ ਹੋ ਚੁੱਕੀ ਹੈ ਕਿਹੜੇ ਫੰਕਸ਼ਨ ਦੇ ਨਾਲ? ਇਸ ਫੰਕਸ਼ਨ ਦੇ ਨਾਲ। ਸੋ ਇਸ ਕਰਕੇ ਪ੍ਰਿੰਟ ਹੋਏਗਾ ਇੱਥੇ ਬੇਸ ਸ਼ੋ। ਸੋ ਇਹ ਸੀ ਵਰਚੁਅਲ ਫੰਕਸ਼ਨ। ਸੋ ਵਰਚੁਅਲ ਫੰਕਸ਼ਨ ਆਪਾਂ ਕਦੋਂ ਯੂਜ਼ ਕਰਦੇ ਹਾਂ? ਜਦੋਂ ਆਪਾਂ ਚਾਹੁੰਦੇ ਹਾਂ ਕਿ ਫੰਕਸ਼ਨ ਦੀ ਜਿਹੜੀ ਬਾਈਂਡਿੰਗ ਹੈ ਉਹ ਰਨ ਟਾਈਮ ਤੇ ਹੋਵੇ, ਕੰਪਾਈਲ ਟਾਈਮ ਤੇ ਨਾ ਹੋਵੇ। ਸੋ ਵਰਚੁਅਲ ਫੰਕਸ਼ਨ ਦੀ ਹਮੇਸ਼ਾ ਬਾਈਂਡਿੰਗ ਹੈ ਜਿਹੜੀ ਰਨ ਟਾਈਮ ਤੇ ਹੁੰਦੀ ਹੈ। ਥੈਂਕ ਯੂ।